जी की फतेह। सतनाम श्री वाहिगुरु साहिब जियो। एक ओंकार सतनाम करता पुरख निरभउ निर्वैर। अकाल मूरत अजूनी सैभं गुर प्रसाद। किछ रूप नहीं किछ जात नाही, किछ ढंग ना मेरा। क्या मूँह लै बोलै गुण बिहूण, नाम जपया ना तेरा। हम पापी संग गुर उबरे, पुन सत गुर केरा। वाहिगुरु जी का खालसा वाहिगुरु जी की फतेह। परम सत्कारयोग गुरु रूप गुरु प्यारी साध संगत जीओ, आप सारे भागां वाले हो जो निता प्रति ਅੰਮ੍ਰਿਤ ਵੇਲੇ ਜਾਗ ਕੇ ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਦਾ ਲਾਹ ਖੱਟਦੇ ਹੋ ਔਰ ਆਪਣੇ ਜੀਵਨ ਦੇ ਮਨੋਰਥ ਨੂੰ ਸਫਲਾ ਕਰ ਰਹੇ ਹੋ। ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਮਹਾਰਾਜ ਰਹਿਮਤ ਕਰਨ। ਆਓ ਚੱਲ ਰਹੀ ਲੜੀਵਾਰ ਸ੍ਰੀ ਜਪਜੀ ਸਾਹਿਬ ਜੀ ਦੇ ਜੋ 7 ਪੌੜੀਆਂ ਦੀ ਵਿਚਾਰ ਸਤਿਗੁਰੂ ਨੇ ਰਹਿਮਤ ਕਰਕੇ ਲਈ ਹੈ, ਅੱਜ ਵੀ ਰਹਿਮਤ ਭਰਿਆ ਹੱਥ ਰੱਖਣ। ਆਪ ਸਾਰੇ ਮਾਈ ਭਾਈ ਇਸੇ ਤਰ੍ਹਾਂ ਟਿਕਾਅ ਵਿੱਚ ਬੈਠ ਕੇ ਮਨ ਬਿਰਤੀ ਇਕਾਗਰ ਕਰਕੇ ਹਿਰਦੇ ਦੀ ਗਹਿਰਾਈਆਂ ਵਿੱਚੋਂ ਸਾਰੇ ਮਾਈ ਭਾਈ ਕਹੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀਓ। ਸਤਨਾਮ ਸ੍ਰੀ ਵਾਹਿਗੁਰੂ ਜੀਓ। ਗੁਰੂ ਨਾਨਕ ਪਾਤਸ਼ਾਹ ਹਰ ਇੱਕ ਸਿੱਖ ਨੂੰ ਸੱਚਖੰਡ ਵਾਸਤੇ ਪ੍ਰੇਰਿਤ ਕਰ ਰਹੇ ਹਨ ਔਰ ਮਨੁੱਖਤਾ ਦੇ ਭਲੇ ਲਈ ਸਤਿਗੁਰੂ ਨੇ ਇਸ ਬਾਣੀ ਰੂਪੀ ਜਹਾਜ਼ ਨੂੰ ਸੰਸਾਰ ਵਿੱਚ ਇਸ ਕਰਕੇ ਪ੍ਰਗਟ ਕੀਤਾ ਕਿ ਜੋ ਜੋ ਬਾਣੀ ਪੜ੍ਹੇਗਾ, ਸੁਣੇਗਾ, ਵਿਚਾਰੇਗਾ, ਉਸ ਦਾ ਉਧਾਰ ਹੋਣਾ ਲਾਜ਼ਮੀ ਹੈ। ਤੋ ਸਤਿਗੁਰੂ ਪਾਤਸ਼ਾਹ ਚਾਹੁੰਦੇ ਹਨ ਮੇਰਾ ਸਿੱਖ ਉਸ ਸੱਚਖੰਡ ਤੱਕ ਪਹੁੰਚੇ। ਕਈ ਜਨਮਾਂ ਤੋਂ ਵਿਛੜ ਕੇ ਇਹ ਜੀਵ ਇਸ ਸੰਸਾਰ ਵਿੱਚ ਆਇਆ ਹੈ ਔਰ ਸਤਿਗੁਰੂ ਦਾ ਇੱਕ ਮਨ ਦਾ ਖਿਆਲ ਹੈ। ਉਹ ਚਾਹੁੰਦੇ ਹਨ ਕਿ ਮੇਰਾ ਸਿੱਖ ਇਸ ਯਾਤਰਾ ਨੂੰ ਬਾਣੀ ਪੜ੍ਹ ਕੇ, ਕਿਉਂਕਿ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨਾ ਕੋਏ। ਬਾਣੀ ਨਿਰੰਕਾਰ ਦਾ ਰੂਪ ਹੈ। ਜਿਹੜਾ ਵੀ ਇਸ ਬਾਣੀ ਨੂੰ ਧਿਆਨ ਨਾਲ ਪੜ੍ਹੇ ਸੁਣੇਗਾ ਉਹ ਵੀ ਨਿਰੰਕਾਰ ਦਾ ਰੂਪ ਹੋ ਜਾਏਗਾ। ਤੋ ਸਤਿਗੁਰੂ ਮਹਾਰਾਜ ਨੇ ਅੱਜ ਸਾਨੂੰ ਇੱਕ ਕਨਸੈਪਟ ਦਿੱਤਾ ਹੈ ਜੋ ਆਪ ਰੋਜ਼ ਪੜ੍ਹਦੇ ਹੋ, ਹੁਣੇ ਵੀ ਪੜ੍ਹਿਆ ਹੈ ਜਪਜੀ ਸਾਹਿਬ ਵਿੱਚ। ਉਹ ਕਿਹੜਾ ਹੈ? ਆਓ ਸਰਵਨ ਕਰੀਏ। ਪਹਿਲਾਂ ਅੱਖਰੀ ਅਰਥ ਕਰਕੇ ਫਿਰ ਭਾਵ-ਅਰਥ 'ਚ ਜਾਣ ਦੀ ਗੁਰੂ ਸਾਹਿਬ ਬਖਸ਼ਿਸ਼ ਕਰਨ। ਸਤਿਗੁਰੂ ਮਹਾਰਾਜ ਕਹਿ ਰਹੇ ਹਨ, ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ, ਸੁਣਿਆ ਦੀਪ ਲੋਕ ਪਾਤਾਲ, ਸੁਣਿਆ ਪੋਹ ਨਾ ਸਕੈ ਕਾਲ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। 4 ਪੌੜੀਆਂ ਸੁਣਨ ਦੀਆਂ ਹੁਣ ਗੁਰੂ ਸਾਹਿਬ ਸਾਨੂੰ ਇਹ ਬਖਸ਼ਿਸ਼ ਕਰ ਰਹੇ ਹਨ। ਔਰ ਦੇਖੋ ਹਰ ਇੱਕ ਪੌੜੀ ਦੇ ਵਿੱਚ ਅਖੀਰ ਵਿੱਚ ਨਾਨਕ ਭਗਤਾਂ ਸਦਾ ਵਿਗਾਸ,
ਸੁਣੈ ਦੁਖ ਪਾਪ ਕਾ ਨਾਸ। ਇਹ ਚਾਰੋਂ ਪੌੜੀਆਂ ਦੇ ਅਖੀਰ ਵਿੱਚ ਮਹਾਰਾਜ ਨੇ, ਕਿਉਂਕਿ ਪੌੜੀ ਦਾ ਜਿਹੜਾ ਕੇਂਦਰੀ ਭਾਵ ਸੈਂਟਰਲ ਆਈਡੀਆ ਜਿਹੜਾ ਹੁੰਦਾ ਹੈ ਉਹ ਅਖੀਰਲੀ ਤੁਕਾਂ ਵਿੱਚ ਹੁੰਦਾ ਹੈ। ਤਾਂ ਗੁਰੂ ਮਹਾਰਾਜ ਨੇ ਚਾਰੋਂ ਪੰਕਤੀਆਂ, ਚਾਰੋਂ ਪੌੜੀਆਂ ਵਿੱਚ ਸਾਨੂੰ ਕੀ ਸਮਝਾਉਣਾ ਕੀਤਾ ਹੈ ਕਿ ਹੇ ਜੀਵ, ਤੂੰ ਪਰਮਾਤਮਾ ਦੀ ਗੱਲ ਸੁਣ। ਦੇਖੋ, ਜਦ ਤੱਕ ਅਸੀਂ ਕਿਸੇ ਦੀ ਗੱਲ ਸੁਣਾਂਗੇ ਨਹੀਂ, ਅਸੀਂ ਮੰਨ ਵੀ ਨਹੀਂ ਸਕਦੇ। ਗੱਲ ਸੁਣ ਕੇ ਹੀ ਮੰਨੀ ਜਾਂਦੀ ਹੈ। ਕੋਈ ਬੱਚਾ ਹੋਵੇ, ਪੈਦਾ ਹੋਵੇ, ਅਸੀਂ ਉਹਨੂੰ ਬੰਦ ਕਮਰੇ ਵਿੱਚ ਰੱਖ ਦਈਏ ਔਰ ਉਹਨੂੰ ਲੋੜ ਅਨੁਸਾਰ ਚੀਜ਼ਾਂ ਦਿੰਦੇ ਰਹੀਏ, ਗੱਲ ਨਾ ਕਰੀਏ, 20 ਸਾਲ ਬਾਅਦ ਕਹੋਗੇ ਤੇ ਉਹ ਬੋਲ ਨਹੀਂ ਪਾਏਗਾ। ਕਿਉਂ? ਕਿਉਂਕਿ ਉਸਨੇ ਸੁਣਿਆ ਨਹੀਂ ਹੈ। ਸੁਣਨ ਨਾਲ ਹੀ ਬੰਦੇ ਦੀ ਮੰਨਣ ਦੀ ਅਵਸਥਾ ਬਣਦੀ ਹੈ। ਜਿਹੜੀਆਂ ਚਾਰ ਪੌੜੀਆਂ ਸੁਣਨ ਦੀਆਂ ਨੇ ਨਾ, ਅੱਗੇ ਮਹਾਰਾਜ ਨੇ ਫਿਰ ਕਿਹਾ ਮੰਨ ਲਏਗਾ ਉਹ, ਕਿਉਂਕਿ ਜੇ ਸੁਣੇਗਾ ਤੇ ਮੰਨੇਗਾ ਨਾ। ਦੇਖੋ, ਜੇ ਦੁਨਿਆਵੀ ਉਦਾਹਰਨ ਲਈਏ, ਇੱਕ ਪਿਤਾ ਆਫਿਸ ਜਾ ਰਿਹਾ ਹੈ, ਉਹਨੂੰ ਹੋਰ ਵੀ ਕਈ ਕੰਮ ਨੇ, ਬੱਚੀ ਉਹਦੀ ਛੋਟੀ ਹੈ, ਉਹ ਘਰੋਂ ਚੱਲਣ ਲੱਗਾ ਹੈ ਤੇ ਪਿਤਾ ਨੂੰ ਆਵਾਜ਼ ਮਾਰਦੀ ਹੈ, ਪਿਤਾ ਜੀ ਤੁਸੀਂ ਜਾ ਰਹੇ ਹੋ, ਪਰ ਪਿਤਾ ਦਾ ਧਿਆਨ ਨਹੀਂ ਹੈ, ਉਹ ਕਿਧਰੇ ਹੋ ਰਹੇ, ਬਈ ਲੇਟ ਹੋ ਰਹੇ ਹਾਂ ਜੀ, ਰਸਤੇ ਵਿੱਚ ਆਉਂਦੀ ਵਾਰੀ ਆਫਿਸ ਤੋਂ ਇਹ ਮੇਰੀਆਂ ਬੁੱਕਸ, ਪੈਨਸਿਲ, ਜੋ ਵੀ ਮੇਰੇ ਸਕੂਲ ਦੀਆਂ ਨੇ, ਉਹ ਤੁਸੀਂ ਲੈ ਕੇ ਆਉਣਾ। ਪਿਤਾ ਆਫਿਸ ਗਿਆ, ਕੰਮ ਆਪਣਾ ਖਤਮ ਕੀਤਾ, ਵਾਪਸ ਘਰ ਨੂੰ ਮੁੜ ਆਇਆ। ਬੱਚੀ ਨੇ ਪੁੱਛਿਆ ਕਿ ਮੇਰਾ ਸਕੂਲ ਦਾ ਜਿਹੜਾ ਮੈਂ ਤੁਹਾਨੂੰ ਸਟੇਸ਼ਨਰੀ ਲਿਖਵਾਈ ਸੀ ਉਹ ਆਈ ਨਹੀਂ। ਉਹ ਕਹਿੰਦਾ ਮੈਂ ਸੁਣਿਆ ਹੀ ਨਹੀਂ ਸੀ। ਜੇ ਅਸੀਂ ਸੁਣਾਂਗੇ ਹੀ ਨਹੀਂ ਤੇ ਫਿਰ ਮੰਨਾਂਗੇ ਕਿਸ ਤਰ੍ਹਾਂ? ਫਿਰ ਉਸਨੇ ਅਗਲੇ ਦਿਨ ਜਾਣ ਵਕਤ ਧਿਆਨ ਨਾਲ ਸੁਣਿਆ। ਸੁਣਨ ਤੋਂ ਬਾਅਦ ਫਿਰ ਅਗਲੇ ਦਿਨ ਜਦ ਵਾਪਸ ਆਇਆ, ਉਸਨੂੰ ਧਿਆਨ ਆ ਗਿਆ ਕਿ ਮੇਰੀ ਬੱਚੀ ਨੇ ਸਕੂਲ ਦੀ ਬੁੱਕਸ ਕਈਆਂ ਨੇ, ਪੈਨਸਿਲ ਕਈਆਂ ਨੇ, ਇੰਕ ਕਹੀਏ। ਫਿਰ ਉਸਨੂੰ ਲੈ ਕੇ ਆਇਆ, ਉਸਨੂੰ ਮੰਨਿਆ। ਫਿਰ ਉਸਨੇ ਘਰ ਆ ਕੇ ਫਿਰ ਉਸਨੇ ਬੱਚੀ ਨੂੰ ਦਿੱਤਾ। ਤੋ ਜਦ ਤੱਕ ਅਸੀਂ ਸੁਣਾਂਗੇ ਨਹੀਂ, ਅਸੀਂ ਗੱਲ ਨੂੰ ਮੰਨਾਂਗੇ ਕਿਸ ਤਰ੍ਹਾਂ? ਬਹੁਤਿਆਂ ਦੀ ਇਹ ਵਿਚਾਰ ਹੁੰਦੀ ਹੈ ਕਿ ਮੇਰੀ ਗੱਲ ਸੁਣੋ। ਅੱਜ ਹਰ ਘਰ ਦੇ ਅੰਦਰ ਇਹੀ ਕਲੇਸ਼ ਹੈ। ਹਰ ਬੰਦਾ ਆਪਣੀ ਗੱਲ ਸੁਣਾਉਣਾ ਚਾਹੁੰਦਾ ਹੈ, ਕਿਸੇ ਦੀ ਸੁਣਨਾ ਹੀ ਨਹੀਂ ਚਾਹੁੰਦਾ। ਜੇ ਕਿਸੇ ਦੀ ਗੱਲ ਸੁਣ ਲਈਏ ਤੇ ਮੈਂ ਸਮਝਣਾ ਘਰਾਂ ਦੇ ਅੰਦਰ, ਸਮਾਜ ਦੇ ਅੰਦਰ, ਇਸ ਸੰਸਾਰ ਦੇ ਅੰਦਰ ਮੈਂ ਕਹਾਂਗਾ ਝਗੜੇ ਕਲੇਸ਼ ਹੀ ਮੁੱਕ ਜਾਣਗੇ। ਸੁਣਨਾ ਬੜਾ ਔਖਾ ਹੈ ਔਰ ਸੁਣਾਉਣਾ ਸਭ ਤੋਂ ਆਸਾਨ ਹੈ। ਮੈਂ ਸੁਣਾ ਰਿਹਾ, ਵੈਰੀ ਈਜ਼ੀ। ਪੜ੍ਹਿਆ, ਸੁਣਿਆ, ਮੈਂ ਸੁਣਾ ਦਿੱਤਾ, ਬੜਾ ਆਸਾਨ ਹੈ। ਸਭ ਤੋਂ ਔਖੀ ਗੱਲ ਹੈ ਨਾ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਉਹ ਸੁਣਨਾ ਹੈ। ਕਿਸੇ ਦੀ ਗੱਲ ਨੂੰ ਸੁਣਨਾ ਸਭ ਤੋਂ ਔਖੀ ਗੱਲ ਹੈ। ਔਰ ਇੱਕ ਗੱਲ ਤੁਸੀਂ ਧਿਆਨ ਦੇਣਾ, ਸੁਮਣੀ ਸਾਹਿਬ ਪੜ੍ਹਨ ਵਾਲੇ, ਤੁਸੀਂ ਰੋਜ਼ਾਨਾ ਪੜ੍ਹਨ ਵਾਲੇ ਸ਼ਰੀਰ ਬੈਠੇ ਹੋ, ਸੁਣਨ ਵਾਲੇ ਦੇ ਨੰਬਰ ਜ਼ਿਆਦਾ ਨੇ, ਸੁਣਾਉਣ ਵਾਲੇ ਦੇ ਘੱਟ ਨੇ। ਸੁਣਨ ਵਾਲੇ ਨੂੰ ਪੁਨੀਤ ਕਿਹਾ, ਕਹਿਣ ਵਾਲੇ ਨੂੰ ਪਵਿੱਤਰ ਕਿਹਾ। ਔਰ ਦੇਖੋ, ਰੋਜ਼ ਪੜ੍ਹਦੇ ਹੋ ਤੁਸੀਂ ਬਾਣੀ, ਪਵਿੱਤਰ 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 ਪੁਨੀਤ, ਨਾਮ ਜਪੇ ਨਾਨਕ ਮਨ ਪ੍ਰੀਤ। ਸੁਮਣੀ ਸਾਹਿਬ ਧੰਨ ਗੁਰੂ ਅਰਜਨ ਦੇਵ ਮਹਾਰਾਜ। 3 ਵਾਰੀ ਪਵਿੱਤਰ ਕਹੋ ਨਾ ਤੇ 1 ਵਾਰੀ ਪੁਨੀਤ ਬਣਦਾ ਹੈ। ਮਤਲਬ ਕਹਿਣ ਤੋਂ ਭਾਵ ਕਿ ਸੁਣਾਉਣ ਵਾਲੇ ਨੂੰ ਮਹਾਰਾਜ ਨੇ ਪਵਿੱਤਰ ਕਿਹਾ। ਸੁਣ ਤੇ ਪੁਨੀਤ, ਕਹਿ ਤੇ ਪਵਿੱਤ। ਔਰ ਜਿਹੜਾ ਸੁਣਨ ਵਾਲਾ ਹੈ ਨਾ, ਉਹਦਾ ਦਰਜਾ ਉੱਚਾ ਰੱਖਿਆ ਹੈ। ਤਾਂ ਹੀ ਸਾਡੇ ਗੁਰਮਤਿ ਅਨੁਸਾਰ ਤੁਸੀਂ ਮੰਦਿਰ ਵਿੱਚ ਜਾਓ ਨਾ ਤੇ ਵਿਸ਼ਾ ਹੈ ਵੇਖਣ ਦਾ, ਜਾ ਕੇ ਮੂਰਤੀ ਵੇਖ ਕੇ ਆ ਜਾਓ। ਜੇ ਤੁਸੀਂ ਕਿਤੇ ਚਰਚ 'ਚ ਜਾਓ, ਸਾਇਲੈਂਟ ਹੈ, ਉੱਥੇ ਤੁਸੀਂ ਆਪਣੇ ਆਪ ਵਿੱਚ ਗੱਲ ਕਰਨੀ ਹੈ। ਜੇ ਤੁਸੀਂ ਕਿਤੇ ਨਮਾਜ਼ ਪੜ੍ਹਨ ਜਾਂਦੇ ਹੋ ਮਸਜਿਦ ਦੇ ਵਿੱਚ, ਇਸਲਾਮ ਦੇ ਵਿੱਚ, ਤੇ ਉੱਥੇ ਆਪ ਪੜ੍ਹੀ ਜਾਂਦੀ ਹੈ। ਪਰ ਤੁਸੀਂ ਗੁਰੂ ਘਰ ਵਿੱਚ ਜਾਓ, ਉੱਥੇ ਕੋਸ਼ਿਸ਼ ਕਰੋ, ਜੋ ਗੁਰੂ ਸਾਹਿਬ ਵੱਲੋਂ ਵਜ਼ੀਰ ਬੈਠੇ ਹਨ, ਕੀਰਤਨੀਏ ਬੈਠੇ ਹਨ, ਕਥਾਵਾਚਕ ਬੈਠੇ ਹਨ, ਕਿਉਂਕਿ ਸਾਡਾ ਵਿਸ਼ਾ ਸੁਣਨ ਦਾ ਹੈ।
गुरु नानक जिन सुनिया पेखिया। सुनना पहला है, क्योंकि असी संसार विच महाराज कोई तुहाडे कोलों पुछे ना कि संसार विच करन की आए हाँ, ते महाराज दी बाणी कहंदी मैं नहीं कह रहा, आयो सुनन पढ़न को बाणी। तू दरअसल संसार विच बाणी सुनन ते पढ़न वास्ते आया है, तो सुनना औखा हुंदा है। तां ही गुरु साहब ने ये सत संगत बना के, ताकि देखो लोग जिहड़े सिद्ध लोग हुंदे सन, सारा जिक्र आएगा। जिहड़े सिद्ध लोग सन ना, वो रब नूं पाउण वास्ते एकांत लभदे सन। और गुरु नानक दी कितनी विलक्षणता है, कितना नवेकलापन है, और कितनी हट के गुरु साहब ने गल की। कहंदे जे गुरु नूं पाना है ना ते भीड़ विच आ जाओ, भाव की सत संगत विच आ जाओ, जिथे परमात्मा की गल हो रही होवे। वो कहंदे ने पहाड़ां च कंदरां विच चले जाओ, जाके एकांत घर बार जिम्मेवारियां छड्ड दो ते जाके परमात्मा लभ जाएगा। गुरु नानक पातशाह कहंदे नहीं, मेरा सिख गुरु की संगत विच बैठ के ही रब नूं लभेगा। विच संगत हर प्रभ वसे जियो। उन्होंने ज्ञान हो जाएगा कि शरीरां दे विच ही परमात्मा बैठा है। तो गुरु महाराज अज इस तरह का संकेत मैं तां भूमिका बना के गल कीती है कि सुनन दी कितनी महात्म गुरु साहब ने सानू बख्शिश कीता है, कितनी महानता है। गुरु साहब की कह रहे हैं, आओ सरवण करिए। सुनिया एक पढ़न विच बहुत ध्यान देना है। मैं अक्सर बाणी पढ़न वालियां दा थोड़ी जी दास की तवज्जो हुंदी है कि बाणी पढ़न वालियां दा थोड़ा जिहा सी बाणी पढ़न वक्त ध्यान नाल पढ़िए। महाराज इत्थे सुनिए नहीं कहा, देखो अर्थ ही बदल जाते हैं। कोई गल नूं सुनना जी कहना सुनिए नहीं, इत्थे कह रहे सुनिया। राणा नूं सियारी ते ऐड़े नूं दुलावां ने, ध्यान नाल अखर आप सरवण करना। सुनिया, सुनिया नहीं, और सुनिया भी नहीं, सुनिया दुलावां लगियां ने। जदों तुसी रैगूलर इनू रिपीट करोगे ना, तो तुहाडी रसना ते ये अखर चढ़ जाएगा। जे खाली सुनिए होए तो असीं कहना गल मेरी सुनिए नहीं, इत्थे गल दा देखो साडी गल दा भाव ही चेंज हो जाता है। महाराज कहंदे सुनिया, सुने तो भाव जे कोई बंदा परमात्मा दी गुरु दी गल सुन लवे, जे इत्थे शर्त लगी है, मन करके सुरत करके हिरदे करके आत्मा करके इस तरह मान लो। जे कोई भी शरीर, महाराज कहते हैं ये नहीं कि हिंदू होवे मुसलमान होवे सिख, क्योंकि ये उपदेश चो वर्णा को साझा, खत्री ब्राह्मण सूद वैस उपदेश चो वर्णा को साझा। जदों गुरु नानक पातशाह गुरु की बाणी उपदेश दिंदी है ना, फिर एक फिरके वास्ते नहीं हुंदी, वो सारी खलकत वास्ते हुंदी है। ना किसी घर वास्ते, ना कोई खास मजहब वास्ते। जदों संदेश हुंदा है उपदेश चो वर्णा को साझा, भाव कि सारियां वास्ते है। तो गुरु महाराज कहंदे सुनिया, हे पर लोगो परमात्मा की गल जे कोई सुन लवे, या इस तरह कर ले अपनी सुरत विच उसनूं सुने। एक हुंदा उत्तों उत्तों सुनना, एक हुंदा सुरत दे नाल। जदों तुसी हुण घर विच काम करदे हो ना, तो मन करके करदे हो। तुहानूं पता है कि चाह बनानी है, इहदे विच मिठा पाना है, कदी लूण पाया है, कदी मिर्च पाई है। क्यों? क्योंकि साडी सुरत है ना जिहड़ी, उस किचन दे अंदर बनाउण वाली चीज़ विच लगी है। यही सुरत जे साडी बाणी पढ़न विच लग जाए, तो गुरु साहब कहंदे ने फिर की होएगा, फिर तैनूं किथे नहीं जाना पेगा। सुनिया जे तू सुन लवें, इस करके की होएगा, सिद्ध इनू थोड़ा खिलार के पढ़ना है, क्योंकि चारों अखर ये एक अवस्था दियां महाराज ने स्टेजां दसियां ने। सिद्ध, पीर, सुर, नाथ, चार तरह के जीव सिद्ध, जिन्होंने नाम जप के रिद्धियां सिद्धियां सिद्धियां प्राप्त कीतियां हुई ने। हालांकि गुरमत इहदा खंडन किया होया है कि मन नूं साध के सिद्धियां प्राप्त कर लैणियां, फिर उन्होंने घर बार छड्ड देने, जाके सिद्ध छप बैठे परबती कौन जगत को तार पार उतारा। वो आप तो घरों छड्ड के चले गए, कन पड़वा ले,
ਮੁੰਦਰਾਂ ਪਾ ਲੀਆਂ। ਅੱਗੇ ਚੱਲ ਕੇ ਅਸੀਂ ਸਰਵਣ ਕਰਾਂਗੇ ਮੁੰਦਾ ਸੰਤੋਖ। ਮਹਾਰਾਜ ਕਹਿੰਦੇ ਜਿਹੜੇ ਤੁਸੀਂ ਇਹ ਮੁੰਦਰਾਂ ਪਾਈਆਂ ਨੇ ਇੰਨੀਆਂ ਮੋਟੀਆਂ, ਤੁਸੀਂ ਕਦੀ ਪੁਰਾਣੇ ਸਿੱਧਾਂ ਨੂੰ ਦੇਖੋ ਨਾ, ਜਾਂ ਕਦੀ YouTube 'ਤੇ ਕਿੱਥੇ ਸਰਚ ਮਾਰ ਕੇ ਦੇਖੋ, ਇੰਨੀਆਂ ਉਹਨਾਂ ਨੇ ਰਿੰਗ ਪਾਏ ਹੁੰਦੇ ਨੇ, ਮੋਟੇ ਮੋਟੇ ਪਲਾਸਟਿਕ ਦੇ ਜਾਂ ਲੱਕੜ ਦੇ। ਮਹਾਰਾਜ ਕਹਿੰਦੇ ਨੇ ਕੀ ਹੋਇਆ ਤੁਸੀਂ ਜੇ ਮੁੰਦਰਾਂ ਆਪਣੇ ਕੰਨ ਪੜਵਾ ਕੇ, ਮਹਾਰਾਜ ਕਹਿੰਦੇ ਮੁੰਦਾ ਸੰਤੋਖ ਦੀਆਂ ਮੁੰਦਰਾਂ ਪਾਣੀਆਂ ਸੀ। ਜਟਾ ਵਧਾ ਲੀਆਂ ਹੈਂ, ਉਮਰਾਂ ਵਧਾ ਕੇ, ਸਵਾਸ ਚੜਾ ਕੇ ਉਮਰ ਵਧਾ ਲਈ, ਪਿੰਡੇ ਤੇ ਸੁਆਹ ਮਲ ਲਈ, ਭਾਵ ਕਿ ਸ਼ੀਤਲਤਾ ਲਈ। ਪਰ ਮਹਾਰਾਜ ਕਹਿੰਦੇ ਨੇ ਮੇਰਾ ਸਿੱਖ ਹੈ ਨਾ ਜਿਹੜਾ, ਇਹ ਦੇਖੋ ਹੁਣ ਮਹਾਰਾਜ ਸਾਨੂੰ ਕਿੱਥੇ ਭੱਜਣ ਦੀ ਲੋੜ ਨਹੀਂ, ਕੋਈ ਘਰ ਬਾਰ ਛੱਡਣ ਦੀ ਲੋੜ ਨਹੀਂ, ਇੱਥੋਂ ਤੱਕ ਤੇ ਸਿੱਧ ਘਰ ਬਾਰ ਛੱਡ ਕੇ ਚਲੇ ਗਏ ਨਾ। ਤੇ ਮਹਾਰਾਜ ਕਹਿੰਦੇ ਨੇ ਹੋਏ ਅਤੀਤ ਗ੍ਰਸਤ ਤਜ, ਫਿਰ ਉਨਕੇ ਘਰ ਮੰਗਣ ਜਾਈ। ਕਹਿੰਦੇ ਨੇ ਆਪ ਤੇ ਚਲੇ ਗਏ ਆਪਣੀਆਂ ਜ਼ਿੰਮੇਵਾਰੀਆਂ ਛੋੜ ਕੇ, ਘਰ ਬੱਚੇ ਪੈਦਾ ਕੀਤੇ ਹੈਂ, ਜਦ ਪਰਿਵਾਰ ਹੋਇਆ, ਹੁਣ ਜਦ ਪਾਲਣ ਦੀ ਰਿਸਪੋਂਸੀਬਿਲਿਟੀ ਕਰਨ ਵਾਲਾ ਉਹ ਵੀ ਪਰਮਾਤਮਾ। ਪਰ ਸਾਨੂੰ ਹਰ ਇੱਕ ਨੂੰ ਪਰਮਾਤਮਾ ਨੇ ਡਿਊਟੀਜ਼ ਦਿੱਤੀਆਂ ਨੇ, ਇੱਕ ਮਰਿਆਦਾ ਦਿੱਤੀ ਹੈ। ਅਸੀਂ ਉਹ ਮਰਿਆਦਾ ਤੋਂ ਭੰਗ ਹੋ ਕੇ, ਆਪਣੀ ਰਿਸਪੋਂਸੀਬਿਲਿਟੀ ਆਪਣੀ ਜ਼ਿੰਮੇਵਾਰੀਆਂ ਤੋਂ ਹਟ ਕੇ ਅਸੀਂ ਤੇ ਭਗਤੀ ਕਰਨ ਚਲੇ ਗਏ। ਤੇ ਮਹਾਰਾਜ ਕਹਿੰਦੇ ਤੁਸੀਂ ਤੇ ਆਸ਼ੀਰਵਾਦ ਦਿੰਦੇ ਪਿਓ, ਪਰ ਉਹਨਾਂ ਦੇ ਘਰ ਹੀ ਠੂਠਾ ਲੈ ਕੇ ਫਿਰ ਮੰਗਣ ਵੀ ਜਾਂਦੇ ਹੋ, ਤੇ ਕੀ ਲਾਭ ਹੋਇਆ? ਮਹਾਰਾਜ ਕਹਿੰਦੇ ਨੇ ਮੇਰਾ ਸਿੱਖ ਜੇ ਇਸ ਤਰ੍ਹਾਂ ਨਾਮ ਜਪੇਗਾ ਨਾ, ਉਹਦੇ ਹਿਰਦੇ ਰੂਪੀ ਘਰ ਵਿੱਚ ਇਹ ਸਿੱਧ ਪੁਣਾ ਵੀ ਆ ਜਾਏਗਾ, ਜੇ ਮਨ ਸੁਣ ਲਏਗਾ ਗੱਲ ਨਾਲ। ਪਹਿਲਾਂ ਸ਼ਰਤੇ ਸੁਣਨ ਦੀਆਂ ਅਵਸਥਾ ਨੇ, ਸਿੱਧ ਪੀਰ ਇਸਲਾਮਿਕ ਇੱਕ ਜਿਹਨੂੰ ਰੂਹਾਨੀਅਤ ਦਾ ਨਾ ਗਿਆਨ ਹੋ ਜਾਏ, ਇਹ ਅਵਸਥਾ ਹੈ। ਉਹਨੂੰ ਬੜੇ ਸਤਿਕਾਰ ਨਾਲ ਪੀਰ ਕਹਿੰਦੇ ਨੇ ਉਹ ਲੋਕ, ਕਿ ਇਹ ਵੱਡਾ, ਜਿਸ ਤਰ੍ਹਾਂ ਪੀਰ ਦਸਤਗੀਰ ਸੀ ਗੁਰੂ ਨਾਨਕ ਦੇ ਸਮੇਂ, ਬੜੇ ਵੱਡੇ ਪੀਰ ਹੋਏ ਨੇ। ਇਹ ਨਹੀਂ ਉੱਚੀ ਅਵਸਥਾ ਦੇ ਮਾਲਕ ਵੀ ਹੋਏ ਨੇ। ਅੱਜ ਦੀ ਅਵਸਥਾ ਦੀ ਨਹੀਂ ਮੈਂ ਗੱਲ ਕਰ ਸਕਦਾ, ਪਰ ਪੁਰਾਤਨ ਕਈ ਅਵਸਥਾਵਾਂ ਵਾਲੇ ਹੋਏ ਨੇ ਜਿਨ੍ਹਾਂ ਦੀ ਆਤਮਿਕ ਅਵਸਥਾ ਉੱਚੀ ਹੁੰਦੀ ਸੀ। ਮਹਾਰਾਜ ਕਹਿੰਦੇ ਨੇ ਉਹ ਵੀ ਪੀਰ ਸੁਰ ਦੇਵਤੇ। ਕਈ ਵਾਰੀ ਅਸੀਂ ਕੀ ਹੁੰਦਾ ਹੈ, ਬੰਦੇ ਦਾ ਨੇਚਰ ਐਸਾ ਹੁੰਦਾ ਹੈ ਕਿ ਉਹਨੂੰ ਕੋਈ ਵੀ ਕੁਝ ਕਹਿ ਲੇ, ਉਹ ਕੁਛ ਨਹੀਂ ਕਹਿੰਦਾ, ਉਹਦਾ ਸੁਭਾਅ ਬੜਾ ਚੰਗਾ ਹੁੰਦਾ ਹੈ, ਹਰ ਇੱਕ ਤੇ ਦਇਆ ਕਰਦਾ ਹੈ। ਕੋਈ ਦੇਖਦਾ ਉਸ ਨੂੰ, ਉਹ ਕਹਿੰਦਾ ਨਹੀਂ ਮੇਰੇ ਤਰਫੋਂ ਬੁਰਾ ਨਹੀਂ, ਇਹਦਾ ਚੰਗਾ ਹੀ ਕਰੋ, ਸੁਭਾਅ ਹੈ ਉਹਦਾ। ਤੇ ਜਦ ਉਹਦਾ ਨੇਚਰ ਵੇਖ ਕੇ, ਉਹਦਾ ਕਰੈਕਟਰ ਵੇਖ ਕੇ, ਆਮ ਤੌਰ ਤੇ ਬੰਦਾ ਕਹਿੰਦਾ ਯਾਰ ਇਹ ਬੰਦਾ ਨਹੀਂ, ਇਹ ਦੇਵਤਾ ਹੈ। ਦੇਵਤਾ ਕੋਈ ਇਹ ਨਹੀਂ ਮੁਕਟ ਲਗਾ ਕੇ ਤੇ ਕੋਈ ਐਸੀ ਮਤਲਬ ਕਿ ਪੁਸ਼ਾਕ ਪਾ ਕੇ ਦੇਵਤਾ ਵਿਚਾਰਾਂ ਕਰਕੇ ਵੇ। ਅਸੀਂ ਕਹਿ ਦਿੰਦੇ ਯਾਰ ਬੰਦਾ ਤੇ ਨਹੀਂ ਹੈ, ਦੇਵਤਾ ਹੈ। ਤੋ ਮਹਾਰਾਜ ਕਹਿੰਦੇ ਨੇ ਉਹ ਵਾਲੀ ਵੀ ਬਿਰਤੀ ਹੈ ਨਾ ਜਿਹੜੀ, ਜੇ ਤੂੰ ਨਾਮ ਸੁਣ ਲੇਗਾ ਨਾ, ਜੇ ਸੁਣ ਲੇਗਾ, ਸੁਰਤ ਵਿੱਚ ਟਿਕਾ ਲੇਗਾ ਨਾਮ, ਜਿੱਥੇ ਸਿੱਧ ਵਾਲੀ ਅਵਸਥਾ, ਪੀਰ ਸੁਰ ਨਾਥ, ਜੋਗੀਆਂ ਦੇ ਵੱਡੇ ਜੋਗੀ ਜਿਹੜੇ ਨਾਥ, ਉਹ ਵੀ ਅਵਸਥਾ ਤੁਹਾਨੂੰ ਪ੍ਰਾਪਤ ਹੋ ਜਾਏਗੀ। 5 ਮਿੰਟ ਗੁਰੂ ਦਾ ਇਤਿਹਾਸ ਤੁਹਾਨੂੰ ਯਾਦ ਹੋਏਗਾ। ਗੁਰਦੁਆਰਾ ਨਾਨਕ ਮੱਤਾ ਸਾਹਿਬ, ਤੁਹਾਨੂੰ ਪਤਾ, ਜਿਨ੍ਹਾਂ ਨੇ ਦਰਸ਼ਨ ਕੀਤੇ ਨੇ ਉਸ ਜਗ੍ਹਾ ਦੇ, ਆਪਣੀ ਬਿਰਤੀ ਲੈ ਜਾਈਏ, ਔਰ ਜਿਨ੍ਹਾਂ ਨੇ ਨਹੀਂ ਕੀਤੇ ਉਹ ਸਰਵਣ ਕਰਕੇ ਹੀ ਉਸ ਜਗ੍ਹਾ ਨੂੰ ਮਨ ਵਿੱਚ ਟਿਕਾਓ ਕਰ ਲਓ। ਮੈਂ ਤਾਂ ਜ਼ਿਕਰ ਕਰ ਰਿਹਾ ਕਿਉਂਕਿ ਉਹ ਜਿਹੜੀ ਧਰਤੀ ਸੀ ਨਾ ਪਹਿਲਾਂ, ਉਹ ਗੋਰਖ ਮੱਤਾ ਸੀ। ਇਹਦਾ ਨਾਮ ਪੈ ਗਿਆ ਨਾਨਕ ਮੱਤਾ। ਕਿਉਂ ਪਿਆ? ਦੇਖੋ, ਗੁਰੂ ਨਾਨਕ ਪਾਤਸ਼ਾਹ ਜਦ ਉਸ ਪਾਵਨ ਧਰਤੀ ਗੋਰਖ ਮੱਤੇ ਤੇ ਚਰਨ ਪਾਏ ਨਾ, ਚਰਨ ਪਾਏ, ਤੇ ਉਹਨਾਂ ਦਾ ਵੱਡਾ ਜਿਹੜਾ ਜੋਗੀਆਂ ਦਾ ਗੋਰਖਨਾਥ ਸੀ ਨਾ, ਤੇ ਉਹਦੇ ਚੇਲੇ ਸਨ। ਉਹਨਾਂ ਨੂੰ ਬੜਾ ਹੋਇਆ ਕਿ ਗੁਰੂ ਨਾਨਕ ਪਾਤਸ਼ਾਹ ਇੱਥੇ ਆਏ ਨੇ, ਇਹ ਬਾਲਕ ਆਇਆ, ਕਿਉਂਕਿ ਉਹਨੇ ਵੱਡੀਆਂ ਉਮਰਾਂ ਹੁੰਦੀਆਂ ਸੀ ਉਹਨਾਂ ਦੀਆਂ, ਸਵਾਸ ਚੜਾ ਕੇ ਬੜੇ ਤਪ ਕਰਕੇ, ਸ਼ੀਲੇ ਕੱਟ ਕੇ, ਜਟਾਵਾਂ ਵਧਾ ਕੇ, ਬੜੇ ਤਰ੍ਹਾਂ ਦੀਆਂ ਸਰੀਰ ਨੂੰ ਕਸ਼ਟ ਦੇ ਕੇ, ਭੁੱਖੇ ਰਹਿ ਕੇ, ਤੇ ਐਸੀਆਂ ਸਿੱਧੀਆਂ ਪ੍ਰਾਪਤ ਕਰਕੇ ਤੇ ਲੋਕਾਂ ਨੂੰ ਭਰਮ ਵਿੱਚ ਪਾਉਂਦੇ ਸਨ, ਡਰਾਉਂਦੇ ਸਨ, ਤੇ ਉਹਨਾਂ ਨੂੰ ਫਿਰ ਮਾਇਆ ਰਾਈ ਮੁੱਠਦੇ ਵੀ ਸਨ। ਤੇ ਗੋਰਖ ਦੇ ਨਾਥ ਨੇ ਜਦ ਗੁਰੂ ਸਾਹਿਬ ਉੱਥੇ ਪਹੁੰਚੇ, ਇੱਕ ਪੇੜ ਸੀ ਸੁੱਕਿਆ ਹੋਇਆ ਬਿਲਕੁਲ, ਭਾਈ ਮਰਦਾਨੇ ਨਾਲ ਉੱਥੇ ਬੈਠ ਗਏ। ਤੇ ਉਹਨਾਂ ਨੂੰ ਬਰਦਾਸ਼ਤ ਨਾ ਹੋਇਆ ਕਿ ਇਹ ਬਾਲਕ ਇਸ ਸਥਾਨ ਤੇ ਆ ਗਿਆ। ਤੇ ਮਹਾਰਾਜ ਨੇ ਉੱਥੇ ਰਬਾਬ ਛੇੜਵਾ ਕੇ
ਬਾਣੀ ਉਚਾਰਨ ਕੀਤੀ। ਜਦੋਂ ਮਹਾਰਾਜ ਬਾਣੀ ਉਚਾਰਨ ਕਰ ਰਹੇ ਸਨ, ਉਹਨਾਂ ਕੋਲ ਜੋਗੀਆਂ ਕੋਲ ਬਰਦਾਸ਼ਤ ਨਹੀਂ ਹੋਇਆ। ਉਹਨਾਂ ਨੇ ਰਿੱਧੀਆਂ ਸਿੱਧੀਆਂ ਨਾਲ ਜਿਸ ਪੇੜ ਤੇ ਬੈਠੇ ਸਨ ਥੱਲੇ, ਉਸ ਪੇੜ ਨੂੰ ਧਰਤੀ ਤੋਂ ਉੱਤੇ ਚੱਕ ਦਿੱਤਾ। ਮੈਂ ਤਾਂ ਟੂਕ ਮਾਤਰ ਕਹਿ ਰਿਹਾ ਕਿ ਗੱਲ ਨੂੰ ਸਮਝ ਆ ਜਾਏ। ਸਾਨੂੰ ਕੋਈ ਘਰ-ਬਾਰ ਛੱਡਣ ਦੀ ਲੋੜ ਨਹੀਂ, ਕੋਈ ਜੋਗ ਪੂਣਾ ਕਰਨ ਦੀ ਨਹੀਂ। ਇਹ ਨਹੀਂ ਕਿ ਕੋਈ ਪਹਿਰਾਵਾ ਖਾਸ ਤੌਰ 'ਤੇ ਪਾ ਕੇ, ਕਈ ਵਾਰੀ ਅਸੀਂ ਪਹਿਰਾਵਾ ਅੱਛਾ ਪਾਇਆ ਹੋਇਆ ਨਾ, ਕੁੜਤਾ ਪਜਾਮਾ, ਉਹ ਤੇ ਅਸੀਂ ਨਮਸਕਾਰ ਸਭ ਨੂੰ ਕਰਨੇ ਆ, ਭਾਈ ਸਾਹਿਬ ਅਰਦਾਸ ਕਰੋ। ਜੇ ਉਸੇ ਨੇ ਪੈਂਟ ਕੋਟ ਪਾਇਆ, ਪੈਂਟ ਕਮੀਜ਼ ਪਾਈ, ਸਾਡੀ ਭਾਵਨਾ ਨਹੀਂ ਬਣਦੀ। ਐਸੀ ਗੱਲ ਨਹੀਂ ਹੈ। ਗੁਰੂ ਸਾਹਿਬ ਬੈਠੇ ਤੇ ਉਹਨਾਂ ਨੇ ਪੇੜ ਉੱਤੇ ਚੁੱਕ ਦਿੱਤਾ। ਮਹਾਰਾਜ ਨੇ ਆਪਣੀ ਦ੍ਰਿਸ਼ਟੀ ਦੇ ਨਾਲ ਦੇਖਿਆ ਤੇ ਧਰਤੀ ਤੋਂ 5-6 ਫੁੱਟ ਕੀ ਹਲੇ ਪੇੜ ਉੱਤੇ ਚੜਿਆ ਸੀ ਤੇ ਰੁਕ ਗਿਆ, ਕਿਉਂਕਿ ਮਹਾਰਾਜ ਅੰਤਰਜਾਮੀ ਸਨ। ਉਹ ਦੇਖ ਕੇ ਹੈਰਾਨ ਹੋ ਗਏ ਜੋਗੀ ਸਾਰੇ ਕਿ ਇਹ ਬਾਲਕ ਅੰਦਰ ਇਤਨੀ ਉੱਚੀ ਅਵਸਥਾ ਹੈ, ਤੇ ਉਹਨਾਂ ਕੋਲ ਸਹਾਰਿਆ ਨਾ ਗਿਆ। ਮਹਾਰਾਜ ਨੇ ਉੱਥੇ ਹੀ ਪੇੜ ਨੂੰ ਰੋਕ। ਅੱਜ ਵੀ ਤੁਸੀਂ ਦਰਸ਼ਨ ਕਰਨ ਜਾਓ ਨਾ, 5-6 ਫੁੱਟ ਧਰਤੀ ਤੋਂ ਉੱਚਾ ਹੈ ਪੇੜ। ਫਿਰ ਮਹਾਰਾਜ ਨੂੰ ਰਾਤ ਪਈ, ਠੰਡ ਦੇ ਦਿਨ ਸਨ, ਤੇ ਉਸ ਵੇਲੇ ਮਰਦਾਨੇ ਨੂੰ ਕਿਹਾ, ਜਾ ਇਹ ਜੋਗੀਆਂ ਦੀ ਮੰਡਲੀ ਬੈਠੀ ਹੈ, ਅੱਗ ਜਲਾ ਕੇ ਬੈਠੀ ਹੈ, ਇਹਨਾਂ ਕੋਲ ਅੱਗ ਲੈ ਕੇ ਆ। ਉਹ ਗਏ ਤੇ ਉਹਨੇ ਕਿਹਾ, ਜੀ ਮੇਰਾ ਨਾਨਕ ਅੱਗ ਮੰਗ ਰਿਹਾ ਹੈ। ਪੁਰਾਤਨ ਸਮੇਂ ਵਿੱਚ ਅੱਗ ਇਸ ਤਰ੍ਹਾਂ ਹੀ ਹੁੰਦੀ ਸੀ। ਤੇ ਉਹ ਫਿਰ ਹੱਸ ਪਏ। ਉਹ ਕਹਿੰਦੇ ਨੇ, ਜੇ ਇੰਨਾ ਹੈ ਤੇ ਆਪਣੇ ਆਪ ਹੀ ਅੱਗ ਨਹੀਂ ਪੈਦਾ ਕਰ ਸਕਦਾ। ਆ ਗਿਆ ਮਰਦਾਨਾ। ਫਿਰ ਉੱਥੇ ਗੁਰੂ ਨਾਨਕ ਪਾਤਸ਼ਾਹ ਨੇ ਫਿਰ ਅੱਗ ਪ੍ਰਗਟ ਕਰਕੇ ਭਗਤੀ ਕੀਤੀ। ਉਹ ਬਰਦਾਸ਼ਤ ਨਾ ਹੋਇਆ ਉਹਨਾਂ ਕੋਲ। ਫਿਰ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਕਰਾਮਾਤ ਦਿਖਾਈ। ਹੋਰ ਦੇਖੋ, ਸਿੱਖੀ 'ਚ ਕਰਾਮਾਤ ਨਹੀਂ ਹੈ। ਉਹਨਾਂ ਨੇ ਕੀਤਾ ਕਿ ਕਿਸੇ ਤਰ੍ਹਾਂ ਗੁਰੂ ਨਾਨਕ ਇਸ ਬਾਲੇ ਨੂੰ ਇਸ ਗੋਰਖ ਮੱਤੇ ਤੋਂ ਬਾਹਰ ਕੱਢਿਆ ਜਾਵੇ। ਉਹਨਾਂ ਨੇ ਧਰਤੀ ਖੋਦ ਕੇ ਇੱਕ ਬੱਚਾ ਸੀ ਛੋਟੀ ਉਮਰ ਦਾ, ਰਿੱਧੀਆਂ ਸਿੱਧੀਆਂ ਨਾਲ ਉਸ ਬੱਚੇ ਨੂੰ ਨਾ ਧਰਤੀ ਦੇ ਵਿੱਚ ਦੱਬ ਕੇ ਉੱਤੇ ਮਿੱਟੀ ਪਾ ਦਿੱਤੀ। ਗੁਰੂ ਨਾਨਕ ਪਾਤਸ਼ਾਹ ਬੈਠੇ ਸਨ, ਸਾਰੇ ਬੈਠੇ ਸੀ, ਤੇ ਵਿਚਾਰ ਜਦ ਹੋ ਰਹੀ ਸੀ ਤੇ ਕਹਿੰਦੇ ਨੇ ਗੁਰੂ ਨਾਨਕ ਪਾਤਸ਼ਾਹ ਨੂੰ, ਜੇ ਧਰਤੀ ਕੋਲੋਂ ਪੁੱਛਣੇ ਆ, ਧਰਤੀ ਕਹਿ ਦੇ ਕਿਸ ਦੀ ਧਰਤੀ ਏ, ਤੇ ਫਿਰ ਤੁਸੀਂ ਚਲੇ ਜਾਓਗੇ। ਮਹਾਰਾਜ ਕਹਿੰਦੇ ਜੋ ਧਰਤੀ ਕਹੇਗੀ ਮੈਂ ਚਲੇ। ਮਹਾਰਾਜ ਨੂੰ ਪਤਾ ਸੀ ਅੰਤਰਜਾਮੀ ਸਭ ਕੁਛ ਜਾਣੇ। ਉਹ ਤੇ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਮਹਾਰਾਜ ਤੇ ਖਿਰ ਕੋਈ ਜਗ੍ਹਾ ਥੋੜਾ ਮੰਨਣ ਆਏ ਸਨ। ਮਹਾਰਾਜ ਕੋਈ ਡੇਰਾ ਥੋੜਾ ਲਾਣ ਆਏ ਸਨ। ਉਹ ਭੁੱਲੇ ਭਟਕਿਆਂ ਨੂੰ, ਕੁਰਾਹੇ ਪਿਆਂ ਨੂੰ, ਅੰਧ ਵਿਸ਼ਵਾਸੀਆਂ ਨੂੰ, ਕਰਮ ਕਾਂਡੀਆਂ ਨੂੰ, ਉਹਨਾਂ ਨੂੰ ਧਰਮ ਦੀ ਰਾਹ ਦਿਖਾਣ ਆਏ ਸਨ ਕਿ ਭਾਈ ਇਹ ਧਰਮ ਦਾ ਰਾਹ ਨਹੀਂ ਜੇ ਜਿਹੜਾ ਤੁਸੀਂ ਅਪਣਾਇਆ ਹੋਇਆ ਹੈ। ਉਸ ਵੇਲੇ ਉਹਨਾਂ ਨੇ ਫਿਰ ਪੁੱਛਿਆ, ਇਹ ਧਰਤੀ ਦੱਸ ਤੂੰ ਕਿਹਦੀ ਹੈ? ਤੇ ਅੰਦਰ ਬੱਚਾ ਸੀ, ਉਸਨੇ ਆਵਾਜ਼ ਦਿੱਤੀ, ਗੋਰਖਨਾਥ ਦੀ। ਇਹ ਧਰਤੀ ਗੋਰਖ ਦੀ ਹੈ। ਦੂਜੀ ਵਾਰੀ ਫੇਰ ਪੁੱਛਿਆ, ਦੱਸ ਧਰਤੀ ਤੂੰ ਕਿਸ ਦੀ ਹੈ? ਕਹਿਣ ਲੱਗੀ ਗੋਰਖਨਾਥ ਦੀ। ਮਹਾਰਾਜ ਨੇ ਫਿਰ ਜਦ ਆਪਣੇ ਅੰਤਰ ਧਿਆਨ ਹੋ ਕੇ ਪੈਰ ਦੇ ਅੰਗੂਠਿਆਂ ਨੂੰ ਥੋੜਾ ਜਿਹਾ ਦਬਾਇਆ, ਉਸ ਬੱਚੇ ਦੀ ਸੁਰਤ ਨੂੰ ਖਤਮ ਕਰ ਦਿੱਤਾ, ਭਾਵ ਬੇਹੋਸ਼ ਕਰ ਦਿੱਤਾ। ਮਹਾਰਾਜ ਕਹਿੰਦੇ ਹੁਣ ਪੁੱਛੋ ਧਰਤੀ ਕਿਹਦੀ ਹੈ? ਕਹਿਣ ਲੱਗੇ ਧਰਤੀ ਕਿਹਦੀ ਹੈ? ਹੁਣ ਉਹ ਬੱਚਾ ਬੋਲ ਪਾਏ ਨਾ, ਕਿਉਂਕਿ ਉਹ ਕਹਿੰਦੇ ਨਾ, ਉਗੜ ਗਿਆ ਜੈਸੇ ਖੋਟਾ ਢਬੂਆ ਨਦਰ ਸਰਾਫੇ ਆਇਆ। ਜਦੋਂ ਸਰਾਫ ਦੇ ਸਾਹਮਣੇ ਆਉਂਦਾ ਨਾ ਕੋਈ ਢਬੂਆ, ਤੇ ਉਹ ਪਤਾ ਲੱਗ ਜਾਂਦਾ ਹੈ ਕਿ ਸਰਾਫ ਨੂੰ ਇਹ ਨਕਲੀ ਹੈ। ਕਿ ਭਾਵੇਂ ਦੁਨੀਆ ਵਿੱਚ ਅਸੀਂ ਜਿੰਨਾ ਮਰਜ਼ੀ ਕਹਿੰਦੇ ਰਹੀਏ, ਪਰ ਜਦੋਂ ਸਰਾਫੇ ਦੇ ਹੱਥੇ ਚੜ੍ਹਦਾ ਹੈ ਨਾ, ਜਵੈਲਰ ਦੇ ਹੱਥੇ, ਉਗੜ ਗਿਆ ਜੈਸੇ ਖੋਟਾ ਢਬੂਆ। ਉਹ ਖੋਟਾ ਸੀ ਤੇ ਸਾਹਮਣੇ ਆ ਗਿਆ ਗੁਰੂ ਨਾਨਕ ਦੇ। ਗੁਰੂ ਨਾਨਕ ਨੇ ਪਛਾਣ ਲਿਆ ਤੇ ਹੁਣ ਬੋਲ ਹੀ ਨਹੀਂ ਪਾਇਆ, ਕਿਉਂਕਿ ਉਹਨੂੰ ਮਹਾਰਾਜ ਨੇ ਸੁਰਤ ਉਹਦੀ ਬਿਲਕੁਲ ਬੰਦ ਕਰ ਦਿੱਤੀ। ਉਸ ਵੇਲੇ ਫਿਰ ਆਕਾਸ਼ਵਾਣੀ ਹੋਈ, ਇਹ ਧਰਤੀ ਸਾਰੀ ਗੁਰੂ ਨਾਨਕ ਦੀ ਹੈ। ਇਹ ਕਲਯੁਗ ਦੇ ਅਵਤਾਰ ਨੇ, ਕੱਲ ਤਾਰਨ ਗੁਰੂ ਨਾਨਕ ਆਇਆ। ਇਹ ਕੀ ਸਾਰਾ ਸੰਸਾਰ ਹੀ ਗੁਰੂ ਨਾਨਕ ਦਾ ਹੈ। ਫਿਰ ਉਸ ਤੋਂ ਬਾਅਦ ਉਸ ਧਰਤੀ ਦਾ ਨਾਮ ਗੋਰਖ ਮੱਤਾ ਢਾ ਕੇ ਨਾਨਕ ਮੱਤਾ ਰੱਖਿਆ ਗਿਆ। ਤੋ ਮਹਾਰਾਜ ਕਹਿੰਦੇ ਨੇ, ਇਹ ਜਿਹੜੀਆਂ ਅਵਸਥਾਵਾਂ ਨੇ ਨਾ, ਜਿਹੜੀਆਂ ਇਹ ਤੈਨੂੰ ਕਿੱਥੇ ਜੰਗਲਾਂ ਵਿੱਚ ਕਾਹਿਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਲੇਪਾ ਤੋਈ ਸੰਗ ਸਮਾਈ। ਉਹ ਤੇ ਤੇਰੇ ਹਿਰਦੇ ਵਿੱਚ ਬੈਠਾ ਹੈ। ਖੋਜਣਾ ਹੈ, ਸੰਗਤ ਵਿੱਚ ਬੈਠ ਕੇ ਮਿਲ ਸਤ ਸੰਗਤ ਖੋਜੀ ਜੀ, ਖੋਜੋ ਅੰਦਰੋਂ। ਉਹ ਤੇ ਅੰਦਰ ਬੈਠਾ ਹੈ। ਫਿਰ ਉਸੇ ਧਰਤੀ ਤੇ ਗੁਰੂ ਨਾਨਕ ਪਾਤਸ਼ਾਹ 6ਵੇਂ ਜਾਮੇ 'ਚ ਆ ਕੇ ਹਰਗੋਬਿੰਦ ਪਾਤਸ਼ਾਹ ਦੇ ਰੂਪ ਵਿੱਚ
फिर जदों महाराज ने अपने मुबारक कर दे नाल जदों उस सुके हुए दरखत दे उत्ते छिट्टे केसर दे मारे ना, वो जितना पेड़ सी ना वो सूके हरे किए खिन माए वाली गल, वो खिल खिया पूरा। और अज भी तुसी दर्शन करो, पेड़ धरती तो उच्चे है जिन्हों ने दर्शन किए हैं, और पूरा पेड़ पत्तियां नाल भरिया पिया है, और हर पत्ते दे विच तुहानूं केसर दे छिट्टे तुहानूं नज़र आउणगे। तो ये बख्शिशां ने। तो महाराज कहंदे ने जे तुसी मन करके सुन लवो ना, सुरत तुहाडी जे मन करके मन सुनी जावे, तां ही कहंदे ना बई साध संगत जी मन करके मन बिरती कागर करो। क्यों? सुनना ते मनने में। असी शरीर नूं सुनान चले जाने आ, शरीर एक जरिया है ते मन खेड़ मन दी है, असी टिकाणा मन नूं है। तो महाराज कहंदे ने जे कोई मन करके सुन लवे की होवेगा? सिद्ध पीर सुर नाथ ये सारियां अवस्था उहदे हिरदे विच वो आप ही वही सिद्ध हो पीर हो जाएगा। कई कहंदे चलो मेरे नाल, कबीर साहब नूं कहंदे चल मेरे नाल पीर खाने, असी तैनूं वड्डे पीर को लैके जाने आ। ते कबीर साहब कहंदे मैनूं काहदा पीर दिखाना है? जिन्हों ज्ञान हो गया है, जिन्हें गुरु की गल सुन लई, वो कहंदे ने सब गुर पीर हमारे। अरे मैं किहड़े पीर नूं तू कह रहे हैं? कोई पीर कोई पर्टिकुलर जगह थोड़ा, मैं तो घर दे विच अपनी मां विचों भी पीर लभ लैना वा, मैं अपनी जनानी विचों भी पीर लभ लैना। तुसीं इत्थों तक कह रहे हो मैं तो खेतां विच काम करन वाला एक मजदूर है, ओहदी अवस्था विचों भी पीर लभ लैना, तुसीं किहड़े पीर खाने की गल कर रहे हो? तो गुरु नानक पातशाह कहंदे ने ये मैं सिख नूं अवस्था ही बैठे बैठे जे तुसीं गुरबाणी सुन लोगे ना, ते तुसीं समझ लो तुहाडे तो वड्डा सिद्धी कोई नहीं जे, पीर कोई नहीं जे, क्योंकि ओहदियां अवस्थावां साडे विच मारे कहंदे ने वैसे ही आ जाणगियां जे उस पातशाह दा नाम सुन लांगे। सुने धरत धवल आकाश, सुनन नाल ही ज्ञान हुंदा है। महाराज कहंदे जदों कोई ध्यान नाल सुनेगा ना, धरत धरती दा, धवल धवल हुंदा है बलद कह लो, झोटा आम तौर पर झोटा कहीदा ना असीं। एक ना सनातन धर्म विच एक मनोथ है, एक मन घड़त बनाई हुई है गल कि धरती नूं ना वलद ने चुक्या होया है, वलद आई और झोटे ने। महाराज ने इत्थे यही गल कीती है, सुनिया धरत धवल आकाश। ते ओह कहंदे ने ओह जिहड़ा धौल दे ना अपने सिंह ते सारी धरती चुकी हुई है। तुसीं सियाणे बैठे हो, धरती दा किन्ना भार है, इन्नियां बिल्डिंगां, इन्ना समुंदर, कितने जीव ने, किसे सिंह ते हो सकते ने, उन्हां दी मनोथ है। महाराज कहंदे ने वो कहंदे ने जदों वो थक जांदा ना उहदा एक सिंह, ते वो सिंह बदलदा है जद धौल अगे चल के आएगा, धौल धर्म दया कपूर अगे सारी पंक्तियां विच अगे आणगे। खोल के महाराज ने खुलासा कीता है, कहंदे ने जदों वो थक जांदा है ना सिंह, फिर सिंह बदलदा है ना, उस वेले धरती ते जिहड़ा साइक्लोन भुचाल वगैरह जो आंदे ने ना, ये तां आंदे ने। महाराज कहंदे ने किसे धौल ने नहीं चुक्या होया। हुण आकाश है, धरत धवल आकाश, फिर दसो आकाश नूं किन्ने चुक्या होया है? तुसीं घर जिथे हुण बैठे होए हो, सारे घरां च बैठे हो ना, किसी का 50 गज का मकान है, किसी का 100 है, किसी का 200, किसी की बहुत अच्छी गल 500 का भी होएगा, अच्छी गल है। मेरे कहन तो मुराद ये वे जिस घर च बैठे हो ध्यान रखना, उस छोटे जे घर वास्ते कितने पिलर पाए होणगे उस मिस्त्री ने, फिर दीवारां होणगियां। एक छोटे जे घर बनाने वास्ते बिना पिलर तो घर नहीं बनता। कदी ध्यान मारिया कि आकाश वाल ध्यान मार के वेखो, इतना वड्डा आकाश है, कोई थंब लग्या उहदे नाल? किहदे सहारे खड़ा है? दसो। एक मैं क्या छोटा जिहा लैंटर पाना होवे ते असी पिलर पाने आ तां छत बनदी है। तुसीं भी घर दे साइडां ते वेखो लैंटर पिया होएगा, उपर ते साइडां ते पिलर होणगे, उहदे सहारे खड़ा है ना। पर महाराज कहंदे ने फिर आकाश किहदे सहारे खड़ा है? इतना वड्डा थंब कोई लग्या, कोई ऐसा थंब है जिन्हां नाल खुड़िया है? महाराज कहंदे नहीं, नाम के तारे सगले जंत, नाम के तारे खंड ब्रह्मंड, नाम के तारे सिमरत वेद पुराण, नाम के तारे सुनन ज्ञान ध्यान, नाम के तारे आगास पाताल। महाराज कहंदे ने सब उहदी सत्या, उहदे नाम दे सदके, वो एक ऐसी अजीम शक्ति है
ਜਿਹਦੇ ਸਦਕੇ ਉਸਨੇ ਸਾਰੇ ਆਕਾਸ਼ ਨੂੰ ਥੰਬਿਆ ਹੋਇਆ ਹੈ। ਮੈਂ ਛੋਟੀ ਗੱਲ ਕਰਾਂ, ਮਕਾਨ ਇੱਕ ਛੋਟਾ ਨਹੀਂ, ਇੱਕ ਅਸੀਂ ਛੱਤ ਨਹੀਂ ਪਾ ਸਕਦੇ, ਪਰਮਾਤਮਾ ਕੋਲ ਉਹ ਸ਼ਕਤੀ ਹੈ। ਇਹ ਕਿੱਥੋਂ ਪਤਾ ਲੱਗ ਰਿਹਾ? ਸੁਣਨ ਕਰਕੇ। ਤਾਂ ਮਹਾਰਾਜ ਕਹਿੰਦੇ ਨੇ ਧਰਤ ਧਵਲ ਆਕਾਸ਼। ਹੁਣ ਧਰਤੀ ਤੇ ਥੱਲੇ ਪਾਣੀ ਹੈ। ਤੁਸੀਂ ਕੋਈ ਚੀਜ਼ ਪਾਣੀ ਤੇ ਰੱਖੋ, ਕੁਝ ਨਾ ਸਮੇਂ ਬਾਅਦ ਤੇ ਖਾ ਜਾਏਗੀ ਨਾ। ਪਰ ਕਮਾਲ ਦੀ ਗੱਲ ਹੈ, ਸਾਰਾ ਧਰਤੀ, ਉਹ ਮਹਾਰਾਜ ਕਹਿੰਦੇ ਧਰਤੀ ਪੈਰਾਂ ਹੇਠ ਹੈ। ਉਹ ਪੈਰਾਂ ਦੇ ਹੇਠ ਹੈ ਨਾ, ਧਰਤੀ ਹੇਠ ਵਸੰਦਾ ਪਾਣੀ। ਹੁਣ ਧਰਤੀ ਖੋਦੋ, ਥੱਲੇ ਪਾਣੀ ਹੈ, ਔਰ ਪਾਣੀ ਦੇ ਉੱਤੇ ਧਰਤੀ ਖੜੀ ਹੈ। ਕਮਾਲ ਦੀ ਗੱਲ ਹੈ। ਪਾਣੀ ਕਿੱਥੇ ਪਿਆ ਹੋਵੇ ਤੇ ਗਾਲ ਕੇ ਰੱਖ ਦਿੰਦਾ ਨਾ, ਪਰ ਸਾਰੀ ਧਰਤੀ ਮਹਾਰਾਜ ਕਹਿੰਦੇ ਨੇ ਪਾਣੀ ਹੇਠ ਹੈ। ਕਿਉਂਕਿ ਮਹਾਰਾਜ ਕਹਿੰਦੇ ਧਰਤੀ ਹੇਠ ਵਸੰਦਾ ਪਾਣੀ। ਅਰੇ ਕਿਸੇ ਵਲਦ ਨੇ ਨਹੀਂ ਚੁੱਕੀ ਹੋਈ। ਜੇ ਵਲਦ ਨੇ ਚੁੱਕੀ ਹੁੰਦੀ ਤੇ ਫਿਰ ਦੱਸੋ ਵਲਦ ਨੂੰ ਕਿੰਨੇ ਚੁੱਕਿਆ? ਅੱਗੇ ਚੱਲ ਕੇ ਮਹਾਰਾਜ ਕਹਿਣਗੇ ਤਿਸਤੇ ਪਾਰ ਤਲੇ ਕਵਣ ਜੋਰ। ਮਹਾਰਾਜ ਕਹਿੰਦੇ, ਉਹ ਕਹਿੰਦੇ ਥੱਲੇ ਫਿਰ ਧਰਤੀ ਹੈ, ਫਿਰ ਵਲਦ ਹੈ। ਮਹਾਰਾਜ ਕਿਹਾ ਗੱਲ ਮੁਕਾਓ, ਜੇ ਧਰਤੀ ਥੱਲੇ ਵਲਦ ਹੈ, ਫਿਰ ਵਲਦ ਥੱਲੇ ਧਰਤੀ ਹੈ, ਤੇ ਅਖੀਰ ਵਿੱਚ ਤੇ ਕਿਸੇ ਨੇ ਚੁੱਕਿਆ ਹੋਏਗਾ ਨਾ। ਤੇ ਕੋਈ ਜਵਾਬ ਨਹੀਂ ਸੀ। ਤਾਂ ਮਹਾਰਾਜ ਨੇ ਕਹਿੰਦੇ ਨੇ ਇਹ ਚੀਜ਼ਾਂ ਤੁਹਾਨੂੰ ਕਿੱਥੋਂ ਪਤਾ ਲੱਗੀਆਂ, ਆਕਾਸ਼ ਦੀਆਂ, ਧਰਤੀ ਦੀਆਂ? ਜੇ ਕੋਈ ਮਨ ਕਰਕੇ ਸੁਣ ਲਵੇ। ਦੇਖੋ ਸੁਣਨ ਵਿੱਚ ਕਿਤਨੀਆਂ ਬਖਸ਼ਿਸ਼ਾਂ ਨੇ। ਅੱਗੋਂ ਮਹਾਰਾਜ ਕਹਿੰਦੇ ਨੇ ਸੁਣਿਆ ਦੀਪ ਲੋ ਪਾਤਾਲ। ਪਤਾਲ ਨਹੀਂ ਪੜ੍ਹਨਾ, ਪਾਤਾਲ ਆਕਾਸ਼। ਇਹ ਅੱਖਰ ਆਉਂਦੇ ਨੇ ਬੜੇ। ਆਕਾਰ ਅਸੀਂ ਆਕਾਰ ਪੜ੍ਹ ਜਾਂਦੇ ਹਾਂ, ਪਤਾਲ ਪੜ੍ਹ ਜਾਂਦੇ ਹਾਂ। ਨਹੀਂ, ਪੜ੍ਹਨ ਵਕਤ ਥੋੜ੍ਹਾ ਜਿਹਾ ਤਵੱਜੋ ਜ਼ਰੂਰ ਦਿਆ ਕਰੋ। ਗੁਟਕਾ ਸਾਹਿਬ ਆਪ ਜੀ ਕੋਲ ਹੁੰਦਾ ਹੈ। ਸੁਣ ਕੇ ਜਦੋਂ ਗੁਰਬਾਣੀ ਪੜ੍ਹਦੇ ਸੁਣਦੇ ਆ ਨਾ, ਬੜਾ ਮਨ ਵਿੱਚ ਅਫਸੋਸ ਹੁੰਦਾ ਵੀ ਮਨਾ 20-20 ਸਾਲ ਹੋ ਗਏ ਨੇ ਪੜ੍ਹਦੇ ਹਾਂ, ਪਰ ਗਲਤੀਆਂ ਅਸੀਂ ਅੱਜ ਵੀ ਕਰ ਰਹੇ ਹਾਂ। ਤਾਂ ਮਹਾਰਾਜ ਇੱਥੇ ਕਹਿ ਰਹੇ ਨੇ ਸੁਣਿਆ, ਜੇ ਕੋਈ ਸੁਣ ਲਵੇ, ਕਿਹੜੀ ਪਦਵੀ ਹੋਏਗੀ? ਦੀਪ ਲੋ ਪਾਤਾਲ। ਦੇਖੋ ਦੀਪ ਕਹਿੰਦੇ ਨੇ ਆਈਲੈਂਡ ਨੂੰ, ਜਿਸ ਤਰ੍ਹਾਂ 7 ਆਈਲੈਂਡ ਹੈਗੇ ਨੇ ਵੈਸੇ ਤੇ, ਚਲੋ ਮੈਂ ਉੱਧਰ ਨਹੀਂ ਜਾਵਾਂਗਾ। ਜਿਸ ਤਰ੍ਹਾਂ ਥਾਈਲੈਂਡ, ਹੋਰ ਬੜੇ ਨੇ, ਆਇਰਲੈਂਡ, ਤੁਹਾਨੂੰ ਬੜੇ ਮਿਲਣਗੇ ਦੀਪ। ਔਰ ਦੀਪ ਪਤਾ ਕਿੱਥੇ ਹੁੰਦੇ ਨੇ? ਸਮੁੰਦਰ ਹੋਏਗਾ ਨਾ, ਦਾਰਸ਼ਨਿਕ ਜਗ੍ਹਾ 'ਤੇ ਇੱਕ ਵਾਰੀ ਆਸਟ੍ਰੇਲੀਆ ਗਿਆ ਤੇ ਰਸਤੇ 'ਚ ਇੱਕ ਦੀਪ ਆਇਆ। ਉਹ ਜਦ ਅਸੀਂ ਸਮੁੰਦਰ ਦੇ ਅੰਦਰ ਜਾ ਰਹੇ ਸਾਂ ਤੇ ਇੱਕ ਜਗ੍ਹਾ 'ਤੇ ਉਹਨਾਂ ਦਾ ਸਟੇ ਸੀ, ਚਾਰੋਂ ਤਰਫ ਸਮੁੰਦਰ ਸੀ, ਵਿੱਚ ਅੱਧਾ ਕੁ ਕਿਲੋਮੀਟਰ 'ਤੇ ਇੱਕ ਦੀਪ ਬਣਿਆ ਹੋਇਆ ਸੀ। ਔਰ ਉਸ ਦੀਪ ਦੇ ਉਹਨਾਂ ਨੇ ਇੱਕ ਮਤਲਬ ਕਿ ਪੁਆਇੰਟ ਬਣਾ ਰੱਖਿਆ ਸੀ ਇੰਜੋਏ ਕਰਨ ਦਾ। ਹੁਣ ਦੇਖੋ ਨਿਊਜ਼ੀਲੈਂਡ ਹੈ, ਚਾਰੋਂ ਤਰਫ ਉਹਨਾਂ ਨੂੰ ਕੋਈ ਮਤਲਬ ਮਿਲਟਰੀ ਦੀ ਲੋੜ ਨਹੀਂ ਹੈ, ਕਿਉਂਕਿ ਉਹਨਾਂ ਦੇ ਆਸ-ਪਾਸ ਕੋਈ ਹੈ ਹੀ ਨਹੀਂ, ਬਾਰਡਰ ਹੀ ਨਹੀਂ ਹੈਗਾ, ਚਾਰੋਂ ਤਰਫ ਸਮੁੰਦਰ ਹੈ ਵਿੱਚ। ਔਰ ਮੈਂ ਸੋਚਣਾ ਹਮੇਸ਼ਾ ਵੱਡੀ ਚੀਜ਼ ਛੋਟੀ ਚੀਜ਼ ਨੂੰ ਖਾ ਜਾਂਦੀ ਹੈ, ਕਦੀ ਵੀ ਧਿਆਨ ਦੇਣਾ। ਚਾਰੋਂ ਤਰਫ ਸਮੁੰਦਰ ਹੈ, ਔਰ ਪਰਮਾਤਮਾ ਨੇ ਕਿਸ ਤਰ੍ਹਾਂ ਉਸ ਦੀਪ ਨੂੰ ਰੱਖਿਆ ਹੋਇਆ ਹੈ। ਜੇ ਸਾਰੀ ਧਰਤੀ ਤੇ ਸਮੁੰਦਰ ਹੀ ਹੈ, ਵਿੱਚ ਇੱਕ ਛੋਟੀ ਜੀ ਜਗ੍ਹਾ ਤੇ ਨਿਊਜ਼ੀਲੈਂਡ ਹੈ। ਉਹ ਕਿਸ ਤਰ੍ਹਾਂ ਮਹਾਰਾਜ ਨੇ, ਕੋਈ ਵੱਡੀ ਚੀਜ਼ ਕਦੀ ਵੀ ਦੇਖੋ ਤਾਂ ਛੋਟੀ ਨੂੰ ਇੱਕਦਮ ਖਾ ਜਾਏਗੀ, ਪਰ ਮਹਾਰਾਜ ਕਹਿੰਦੇ ਨਹੀਂ, ਐਸੀ ਗੱਲ ਨਹੀਂ ਹੈ। ਇਸ ਕਰਕੇ ਇਹ ਗਿਆਨ ਹੋ ਜਾਂਦਾ ਸਾਨੂੰ ਕਿ ਪਰਮਾਤਮਾ ਇੱਕ ਐਸੀ ਸ਼ਕਤੀ ਹੈ ਜੋ ਅਸੀਂ ਸੁਣ ਕੇ ਸਾਨੂੰ ਪ੍ਰਾਪਤ ਹੋਏਗੀ। ਤਾਂ ਮਹਾਰਾਜ ਕਹਿੰਦੇ ਦੀਪ ਲੋ ਪਾਤਾਲ ਲੋਕ। ਵੈਸੇ 3 ਲੋਕ ਮੰਨੇ ਗਏ ਨੇ, ਸਰਬ ਲੋਕ, ਮਾਤਰ ਲੋਕ, ਪਾਤਾਲ ਲੋਕ। ਤੇ ਵੈਸੇ 14 ਪੁਰੀਆਂ ਨੂੰ 14 ਲੋਕ ਵੀ ਕਹਿੰਦੇ ਨੇ। ਤਾਂ ਇਹਦੇ ਵਿੱਚ ਜਿਤਨੇ ਲੋਕ ਨੇ, ਮਹਾਰਾਜ ਕਹਿੰਦੇ ਨੇ ਪੜ੍ਹਨ ਤੋਂ ਪਤਾ ਲੱਗਦਾ ਹੈ ਕਿ ਪਾਤਾਲ ਲੋਕ ਵੀ ਹੈ, ਸਾਡੇ ਨੀਚੇ ਵੀ ਪੂਰੀਆਂ ਧਰਤੀਆਂ ਨੇ। ਤਾਂ ਮਹਾਰਾਜ ਕਹਿੰਦੇ ਨੇ ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ। ਕਰੋੜਾਂ ਹੀ ਸ੍ਰਿਸ਼ਟੀਆਂ ਨੇ, ਇਹ ਤੇ ਛੋਟੀ ਸ੍ਰਿਸ਼ਟੀ ਦੇਖ ਰਿਹਾ ਨਾ, ਹਲੇ ਕਰੋੜਾਂ ਹੀ ਸ੍ਰਿਸ਼ਟੀਆਂ ਨੇ। ਤੇ ਪਾਤਾਲ ਕਈ ਪਤਾਲ ਨੇ, ਇਹ ਸੁਣਨ ਤੋਂ ਪਤਾ ਲੱਗ ਰਿਹਾ ਹੈ। ਇਹ ਤਾਂ ਮਹਾਰਾਜ ਦੱਸ ਰਹੇ ਨੇ, ਤੂੰ ਆਪਣੇ ਮਨ ਨੂੰ ਚੈੱਕ ਕਰ, ਤੂੰ ਕਿਸ ਖਿਆਲ ਵਿੱਚ ਚੱਲ ਰਿਹਾ ਹੈ, ਤੇਰੀ ਕੀ ਪਾਇਆ। ਪਰਮਾਤਮਾ ਇਤਨੀ ਵੱਡੀ ਸਮਰੱਥਾ ਦਾ ਮਾਲਕ ਹੈ। ਸੁਣਿਆ ਪੋਹ ਨਾ ਸਕੈ ਕਾਲ। ਸਕੇ ਨਹੀਂ ਸਕੈ ਕਾਲ, ਪੋਹੇ ਨਹੀਂ ਪੜ੍ਹਨਾ। ਇਹ ਜਿਹੜੀ ਹਾਰੇ ਨੂੰ ਸਿਆਰੀ ਹੈ ਨਾ, ਇਹਦਾ ਮਤਲਬ ਹੁੰਦਾ ਕਿ ਉਹਨੂੰ ਪੋਹ ਨਹੀਂ ਸਕਦਾ। ਇਹਦਾ ਵਿਆਕਰਨ ਸੰਬੰਧਿਤ ਇਹ ਸਿਆਰੀ ਲਾਈ ਹੈ। ਉਹ ਕਹਿੰਦੇ ਮੈਨੂੰ ਕਿਸੇ ਕੋ ਪੋਹ ਨਹੀਂ ਲੱਗਦਾ, ਡਰ ਨਹੀਂ ਲੱਗਦਾ। ਅਸੀਂ ਕਹਿੰਦੇ ਕਿਸੇ ਕੋ ਪੋਹੇ ਨਹੀਂ ਲੱਗਦਾ, ਨਹੀਂ, ਅੱਖਰ ਹੈ ਪੋਹ। ਪੜ੍ਹਨ ਵਾਲੇ ਜਿਨ੍ਹਾਂ ਦੇ ਵੀ ਸੇਵਾ ਲੱਗਦੀ ਹੈ, ਧਿਆਨ ਰੱਖਿਆ ਕਰੋ। ਸੁਣਿਆ ਪੋਹ ਨਾ ਸਕੈ ਕਾਲ। ਕਾਲ ਹੁੰਦੀ ਮੌਤ। ਕਹਿੰਦੇ ਨੇ ਜਿਹੜਾ ਧਿਆਨ ਨਾਲ ਸੁਣੇਗਾ ਨਾ, ਉਹਨੂੰ ਮੌਤ ਟੱਚ ਨਹੀਂ ਕਰ ਸਕਦੀ, ਕਾਲ ਟੱਚ ਨਹੀਂ ਕਰ ਸਕਦਾ, ਸਮਾਂ ਟੱਚ ਨਹੀਂ ਕਰ ਸਕਦਾ। ਕਾਲ ਕੀ ਹੈ? ਕਈ ਵਿਦਵਾਨਾਂ ਨੇ ਇਹ ਵੀ ਕਿਹਾ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ। ਇਹ ਵੀ
हर वक्त हावी होंदे ने साडे ते। तो महाराज कहते ने जे कोई मन करके इस नूं सुन लेगा वो एक काम क्रोध लोभ मोह हंकार तो बच जाएगा। देखो इन्हां नूं असीं कढना नहीं है, काम क्रोध लोभ मोह हंकार नूं कढना नहीं। जे कढने हुंदे ते परमात्मा ने पाए ना हुंदे साडे विच। जे काम ना हुंदा ना ते संसार की उत्पत्ति नहीं होनी सी। ये सारी उत्पत्ति काम तो होई है। जे लोभ ना हुंदा ते घरां विच लोकी बैठे रहिंदे, मोह ना हुंदा ते प्यार ना करदे, रिश्ते ना हुंदे। ये महाराज ने पाए ने, पर उहदी वरतों असीं चंगे ढंग नाल करनी है। तो महाराज कहंदे ने जेड़ा गल ध्यान नाल सुन लेगा उहदी सिफतां सलाह नूं, ओनू फिर किसी तरह का काल पो नहीं सकता। तो जद महाराज ने इतनियां बख्शिशां सुनन दियां दस दित्तियां, वो फिर बंदा की बन जाएगा? भगत। नानक भगतां। इत्थे तत्ता दे उत्ते ना बिंदी लानी है, तो बहुवचन बन गया। एक हुंदा ते भगत हुंदा, इत्थे भगतां। हुण असीं कहने सारी साध संगत जी, इहदे विच सारे आ जांदे ने। भगत कहना होवे ते एक आंदा है, जे भगतां कहना होवे फिर इसदा मतलब कि सारियां वास्ते कह रहे ने। जिन्हां ने ये गल्लां सुन लियां ने उन्हां वास्ते महाराज डिसीजन दे रहे ने कि जेड़ा मन करके गुरु की गल सुन लेगा, परमात्मा का उन्हें ज्ञान होंदा जाएगा, वो भगत बन जाएगा। भगत की है? भगत फरीद की बाणी पढ़ो, मत होंदे होए इयाणा, ताण होंदे होए निताणा, अणहोंदे आप वंडाए, को ऐसा भगत सदाए। ताण होंदे, बल होंदे होए अपने आप नूं बलहीन समझे। ताण होंदे होए निताणा, मत होंदी होए इयाणा, सियाणा होंदे होए अपने आप नूं इयाणा समझे। कुछ नाम ही होंदे संसार च वंड दवे, वो भगत की डेफिनेशन है। तो महाराज कहते नानक भगतां सदा विगास। फिर जिहड़ा गल सुन लेगा ना, जिहड़ा असीं कहने ना साडा खेड़ा नहीं है, क्योंकि सानू परमात्मा की गल सुनन दी हले जाच ही नहीं पई। जदों जाच पै जाएगी फिर विकास आएगा, खेड़ा, खुशी कह लो, आत्मक प्रशंसा आएगी, अंदर खुशी आएगी। ऐसी खुशी जिहड़ी थोड़े टाइम की नहीं होएगी, सदा विकास। देखो हुण कोई घर च कार लईए, तुहानूं 2 दिन 4 दिन बंदा स्कूटर नवां नवां लैंदा, कपड़ा भी सवेरे मारदा 2 वारी 4, 10-20 दिन बाद वही स्कूटर पई हुंदी साडी। क्यों? क्यों साडी हुण उहदे चों खुशी निकल गई। असीं हुण चाहते हैं हुण साडी कार आ जाए, कार आंदी फिर अगों होर आ जाए। वो खुशी ना कुछ ज़्यादा देर दी नहीं है, क्योंकि वो मारे कहते ना माटी को पुतरा कैसे नचत है, देखे देखे सुने बोले दौड़ियो फिरत है, जब कछ पावे तब गर्व करत है, माया गई तब रोवन लगत है। हालत की है बंदे दी? जदों ते कुछ पा लैंदा है संसार में बड़ा खुश हुंदा है, ते जदों चला जाता है तो फिर तब रोवन लगत है। तो महाराज कहते ने जेड़ा गल ध्यान नाल सुन लेगा ना, उहदे घर विच फिर ये नहीं हुण दुख है सुख है, फिर उहदा सदा ही खेड़ा बनिया रहेगा। नानक भगतां सदा विकास। महाराज कहते एवरी टाइम, ये नहीं कि हुण आया खेड़ा ते फिर नहीं। हुण तुसीं देखो तुहानूं कुछ मिल गया, खुश हो गए, घर भी कोई गल हो गई, फिर मन विच होगा गल हो गई, किसी सस ने कह दिता, किसी दराणी ने कह दिता, किसी पुत्र ने कह दिता, किसी नूह ने कह दिता, किसी सोहरे ने कह दिता, साडा फिर मन बदल गया, असीं फिर काम ते गए, सानूं कुछ प्राप्ति हुई, असीं फिर खुश हो गए। पर इहो जी पोजीशन नहीं होएगी। जदों परमात्मा की गल असीं ध्यान नाल सुन लांगे ना, वो अवस्था बन जाएगी किहड़ी? नानक भगतां सदा विकास, सुने दुख पाप का नाश। फिर मारे कहते ने तेरे सारे दुख, अगे चल के दुख की भी असी विचार करांगे, मारे करवान दुख पाप का नाश। तेरे जितने दुख ने पाप ने सब नाश हो जाएंगे। कदों? जदों परमात्मा की गल सुनन करके। ये तो सुने का मतलब है सुनन करके, बिना सुने नहीं। तो इस करके जदों भी गुरु साहब के द्वारे जाओ, गुरु की गल जरूर सुन के आओ। डॉक्टर को जाइए ना तो डॉक्टर की गल अपनी सुना के आ जाइए, तो डॉक्टर की ना सुनिए ना, मैं नहीं समझदा किसी को आराम आएगा। तो जे सुन के उसकी दवाई लैके आके फ्रिज ते रख दी खाइए ना, तां भी आराम नहीं आएगा। तो जे खाण तो बाद परहेज ना किया तां भी आराम नहीं आएगा। तो महाराज कहते ने इस करके मैं तेरे अंदर वो खेड़ा लियाना चाहुंदा हाँ। इस करके तू परमात्मा की गल ध्यान नाल, हिरदे नाल, सुरत दे नाल सुनन दा यतन कर। महाराज किरपा करन साडा सब दा गाविया सुनिया उस दरगाह विच प्रवान होए। भुल्लां बेअंत होईयां ने, वो दास दियां ने,
ਤੇ ਬਚਨ ਗੁਰੂ ਦੇ ਨੇ ਉਸ ਨੂੰ ਆਪਣੇ ਹਿਰਦੇ ਵਿੱਚ ਵਸਾਓ ਔਰ ਸਾਰਿਆਂ ਦੇ ਪ੍ਰਤੀ ਸਾਂਝੀ ਅਰਦਾਸ ਕਰੀਏ ਸਤਿਗੁਰੂ ਕਿ ਸਾਨੂੰ ਇਸੇ ਤਰ੍ਹਾਂ ਵਿਸਰਨਾ ਹੀ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਸਤਿਗੁਰੂ ਨੇ ਅੱਜ ਗਿਆਨ ਸਾਨੂੰ ਦਿੱਤਾ ਹੈ ਕਿ ਪਰਮਾਤਮਾ ਦੀਆਂ ਇਤਨੀਆਂ ਬਖਸ਼ੀਆਂ ਖਾਲੀ ਸੰਗਤ ਵਿੱਚ ਬੈਠ ਕੇ ਸੁਣ ਲੈ ਤੇ ਸੁਣਨ ਨਾਲ ਹੀ ਤੇਰਾ ਪਾਰ ਉਤਾਰਾ ਹੈ। ਇਤਨੀਆਂ ਵੱਡੀਆਂ ਪਦਵੀਆਂ ਅੱਗੇ ਵੀ ਚੱਲ ਕੇ ਈਸ਼ਰ ਬਰਮਾ ਇੰਦ ਔਰ ਸਤ ਸੰਤੋਖ ਗਿਆਨ ਇਹ ਕਿੱਥੇ ਭੱਜਣ ਦੀ ਲੋੜ ਨਹੀਂ। ਸਤਿਗੁਰੂ ਕਹਿੰਦੇ ਮੈਂ ਤੇਰੇ ਹਿਰਦੇ ਰੂਪੀ ਘਰ ਵਿੱਚ ਨਾਮ ਵਸਾ ਲੈ, ਸੁਣ ਲੈ, ਸਾਰਾ ਕੁਝ ਤੈਨੂੰ ਘਰ ਬੈਠੇ ਹੀ ਮਿਲ ਜਾਏਗਾ। ਇਤਨੀ ਸੇਵਾ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।